सज्जन कुमार ਨੂੰ ਵੱਡੀ ਰਾਹਤ ਮਿਲੀ ਹੈ। ਸਿੱਖ ਨਸਲਕੁਸ਼ੀ ਦੇ ਨਾਲ ਜੁੜੇ ਦੋ ਕੇਸਾਂ ਦੇ ਵਿੱਚ ਬਰੀ ਕਰ ਦਿੱਤਾ ਗਿਆ ਹੈ। ਜਨਕਪੁਰੀ ਤੇ ਵਿਕਾਸਪੁਰੀ ਕੇਸਾਂ ਦੇ ਵਿੱਚ ਸੱਜਣ ਕੁਮਾਰ ਬਰੀ। ਦਿੱਲੀ ਦੀ ਰਾਉਸ ਐਵੀਨਿਊ ਅਦਾਲਤ ਨੇ ਫੈਸਲਾ ਸੁਣਾਇਆ ਹੈ। ਸੱਜਣ ਕੁਮਾਰ ਦੇ ਹਿੱਸੇ ਦੇ ਲਈ ਦਰਅਸਲ ਉਸ ਦੇ ਉੱਪਰ ਇਲਜ਼ਾਮ ਹੈ ਕਿ ਉਸਨੇ ਉਸ ਵਕਤ ਹਿੰਸਾ ਨੂੰ ਉਸਕਾਇਆ ਸੀ। ਉਕਸਾਉਣ ਦਾ ਜਿਹੜਾ ਇਲਜ਼ਾਮ ਸੀ ਉਹ ਲੱਗਾ ਸੀ। फरवरी 2015 ਦੇ ਵਿੱਚ ਸਿੱਟ ਨੇ 2 FIRs ਦਰਜ ਕੀਤੀਆਂ ਸਨ। ਪਹਿਲੀ FIR ਜਨਕਪੁਰੀ ਦੇ ਵਿੱਚ ਹੋਈ ਹਿੰਸਾ ਦੇ ਮਾਮਲੇ ਦੇ ਵਿੱਚ ਦਰਜ ਹੋਈ। 1 ਨਵੰਬਰ 1984 ਨੂੰ ਜਨਕਪੁਰੀ ਚ ਸੋਹਨ ਸਿੰਘ ਉਸ ਦੇ ਜੋ ਜਵਾਈ ਨੇ ਅਵਤਾਰ ਸਿੰਘ ਉਹਨਾਂ ਦਾ ਕਤਲ ਹੋਇਆ ਸੀ। ਦੂਜੀ FIR ਵਿਕਾਸਪੁਰੀ ਦੇ ਵਿੱਚ ਹੋਈ ਹਿੰਸਾ ਮਾਮਲੇ ਦੇ ਵਿੱਚ ਦਰਜ ਹੋਈ ਸੀ। 2 ਨਵੰਬਰ 1984 ਦੇ ਵਿੱਚ ਵਿਕਾਸਪੁਰੀ ਚ ਗੁਰਚਰਨ ਸਿੰਘ ਨੂੰ ਕਥਿਤ ਤੌਰ ਤੇ ਅੱਗ ਲਗਾ ਦਿੱਤੀ ਗਈ ਸੀ। ਪਿਛਲੇ ਸਾਲ ਦਸੰਬਰ ਮਹੀਨੇ ਅਦਾਲਤ ਨੇ ਅੰਤਿਮ ਦਲੀਲਾਂ ਪੂਰੀਆਂ ਹੋਣ ਤੋਂ ਬਾਅਦ ਫੈਸਲਾ ਰਾਖਵਾ ਰੱਖ ਲਿਆ ਸੀ। 1984 ਸਿੱਖ ਕਤਲੇਆਮ ਦੇ ਨਾਲ ਜੁੜੇ ਹੋਰਨਾਂ ਕੇਸਾਂ ਦੇ ਵਿੱਚ ਸੱਜਣ ਕੁਮਾਰ ਸਜ਼ਾ ਯਾਫਤਾ ਹੈ। ਤਾਂ ਫਿਲਹਾਲ ਕੇਸ ਚੱਲ ਰਹੇ ਨੇ। ਸਾਲ 1984 ਦੇ ਨਾਲ ਜੁੜਿਆ ਕੇਸ, ਦੋ ਕੇਸਾਂ ਦੇ ਵਿੱਚੋਂ ਸੱਜਣ ਕੁਮਾਰ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਜਨਕਪੁਰੀ ਤੇ ਵਿਕਾਸਪੁਰੀ ਇੱਥੇ ਹਿੰਸਾ ਹੋਈ ਸੀ। ਹਿੰਸਾ ਨੂੰ ਉਕਸਾਉਣ ਦਾ ਇਲਜ਼ਾਮ ਸੱਜਣ ਕੁਮਾਰ ਦੇ ਉੱਪਰ ਲੱਗਿਆ। 2 FIRs ਹੁੰਦੀਆਂ ਨੇ। ਦੋਵੇਂ ਕੇਸ ਅਦਾਲਤ ਦੇ ਵਿੱਚ ਚੱਲ ਰਹੇ ਸੀ। 2 ਨਵੰਬਰ 1984 ਨੂੰ ਜਿਹੜਾ ਕੇਸ ਹੋਇਆ ਸੀ ਉਹ ਵਿਕਾਸਪੁਰੀ ਦੇ ਵਿੱਚ ਹੋਇਆ ਸੀ। ਗੁਰਚਰਨ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਸਿੱਖ ਕਤਲੇਆਮ ਦੇ ਨਾਲ ਜੁੜੇ ਹੋਰਨਾਂ ਕੇਸਾਂ ਦੇ ਵਿੱਚ ਸੱਜਣ ਕੁਮਾਰ ਸਜ਼ਾ ਯਾਫਤਾ ਹੈ। ਤਾਂ ਜਨਕਪੁਰੀ ਤੇ ਵਿਕਾਸਪੁਰੀ ਕੇਸਾਂ ਦੇ ਵਿੱਚ ਸੱਜਣ ਨੂੰ ਵੱਡੀ ਰਾਹਤ, ਕਿਉਂਕਿ ਬਰੀ ਕਰ ਦਿੱਤਾ ਗਿਆ ਸੱਜਣ ਕੁਮਾਰ ਨੂੰ। ਸੱਜਣ ਕੁਮਾਰ ਦੇ ਉੱਪਰ ਇਹ ਐਲੀਗੇਸ਼ਨ ਹੈ ਕਿ ਉਸ ਸਮੇਂ ਹਿੰਸਾ ਨੂੰ ਉਕਸਾਇਆ ਸੀ। ਸਿੱਖ ਨਸਲਕੁਸ਼ੀ ਦੇ ਨਾਲ ਜੁੜੇ ਦੋ ਕੇਸਾਂ ਦੇ ਵਿੱਚੋਂ ਸੱਜਣ ਕੁਮਾਰ ਨੂੰ ਵੱਡੀ ਰਾਹਤ ਅਦਾਲਤ ਨੇ ਬਰੀ ਕਰ ਦਿੱਤਾ ਹੈ। ਦਿੱਲੀ ਦੀ ਰਾਉਸ ਐਵੀਨਿਊ ਅਦਾਲਤ ਦੇ ਵਿੱਚ ਸੁਣਵਾਈ ਹੁੰਦੀ ਹੈ ਤਾਂ ਉਸੇ ਕੇਸ ਦੇ ਵਿੱਚ ਸੱਜਣ ਕੁਮਾਰ ਨੂੰ ਵੱਡੀ ਰਾਹਤ ਦਿੰਦਿਆਂ ਬਰੀ ਕਰ ਦਿੱਤਾ ਗਿਆ ਹੈ। ਦਿੱਲੀ ਦੀ ਰਾਉਸ ਐਵੀਨਿਊ ਅਦਾਲਤ ਨੇ ਵੱਡਾ ਫੈਸਲਾ ਸੱਜਣ ਕੁਮਾਰ ਨੂੰ ਲੈ ਕੇ ਸੁਣਾਇਆ। ਵਿਕਾਸਪੁਰੀ ਔਰ ਜਨਕਪੁਰੀ ਸਾਲ 1984 ਦੇ ਕੇਸ ਨੇ। ਜਦੋਂ ਦੰਗੇ ਹੁੰਦੇ ਨੇ ਤਾਂ ਉਦੋਂ ਇਹ ਕੇਸ ਸਾਹਮਣੇ ਆਏ ਸੀ। ਗੁਰਚਰਨ ਸਿੰਘ ਦਾ ਕਤਲ ਹੋਇਆ ਸੀ। ਅਵਤਾਰ ਸਿੰਘ ਜਵਾਈ ਉਸ ਨੂੰ ਮਾਰ ਦਿੱਤਾ ਗਿਆ। ਔਰ ਇਸ ਪੂਰੇ ਕੇਸ ਨੂੰ ਸੁਲਝਾਉਣ ਦੇ ਵਿੱਚ ਸਾਲ 2015 ਫਰਵਰੀ ਦੇ ਵਿੱਚ ਸਿੱਟ ਨੇ 2 FIRs ਦਰਜ ਕੀਤੀਆਂ ਸੀ। ਪਹਿਲੀ FIR ਜਨਕਪੁਰੀ ਦੇ ਵਿੱਚ ਹੋਈ ਹਿੰਸਾ ਮਾਮਲੇ ਦੇ ਵਿੱਚ ਦਰਜ ਹੋਈ ਸੀ। ਤਾਂ ਸਾਡੇ ਨਾਲ ਹਰਮੀਤ ਸਿੰਘ ਕਾਲਕਾ ਜੀ ਫੋਨ ਲਾਈਨ ਤੇ ਜੁੜੇ ਨੇ। ਕਾਲਕਾ ਸਾਹਿਬ, ਸਵਾਗਤ ਹੈ ਤੁਹਾਡਾ ਲਿਵਿੰਗ ਇੰਡੀਆ ਨਿਊਜ਼ ਤੇ। ਜੀ ਸਤਿ ਸ਼੍ਰੀ ਅਕਾਲ ਜੀ। ਜਨਕਪੁਰੀ ਤੇ ਵਿਕਾਸਪੁਰੀ ਦੇ ਜਿਹੜੇ ਦੋ ਕੇਸ ਸੀ ਸਾਲ 1984 ਦੇ ਨਾਲ ਜੁੜੇ ਕੇਸ ਨੇ, ਇਸ ਦੇ ਵਿੱਚ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਹੈ। ਦਿੱਲੀ ਦੀ ਰਾਉਸ ਐਵੀਨਿਊ ਅਦਾਲਤ ਦੇ ਵੱਲੋਂ ਫੈਸਲਾ ਸੁਣਾਇਆ ਗਿਆ। ਫਸਟ ਰਿਐਕਸ਼ਨ ਦੇਖੋ, ਪਹਿਲੀ ਗੱਲ ਤੇ ਜਦ ਇੰਨਾ ਲੰਬਾ ਸਮਾਂ ਹੋ ਜਾਂਦਾ ਤੇ ਕਿਧਰੇ ਨਾ ਕਿਧਰੇ ਕੇਸ ਦੇ ਵਿੱਚ ਲੂਪ ਹੋਲ ਆ ਜਾਂਦੇ ਨੇ, ਕੋਈ ਨਾ ਕੋਈ ਜਿਹੜੀ ਕਮੀਆਂ ਆ ਜਾਂਦੀਆਂ ਨੇ। ਮਤਲਬ ਮੈਂ ਦੱਸਣਾ ਚਾਹੁੰਦਾ ਕਿ ਇਹਦਾ ਮੇਨ ਜਿਹੜਾ ਕੰਪਲੇਨੈਂਟ ਸੀ ਹਰਵਿੰਦਰ ਸਿੰਘ ਜੀ, ਉਹਦੀ ਡੈਥ ਹੋ ਚੁੱਕੀ ਹੈ ਔਰ ਉਹਦੇ ਬਿਆਨ ਨਾ ਹੋਣ ਕਰਕੇ ਜਿਹੜਾ ਹੈ ਕਿ ਜੱਜ ਸਾਹਿਬ ਨੇ ਹੋ ਸਕਦਾ ਇਹੋ ਜਿਹਾ ਡਿਸੀਜਨ ਲਿਆ ਹੋਏ। ਮਗਰ ਇਹਦੇ ਲਈ ਸਾਡੀ ਇਨਵੈਸਟੀਗੇਸ਼ਨ ਏਜੰਸੀਜ਼ ਨਾਲ ਗੱਲ ਹੋ ਗਈ ਹੈ। ਕੱਲ ਕੋਰਟ ਦਾ ਆਰਡਰ ਆਉਂਦੇ ਹੀ ਅਸੀਂ ਇਹਨੂੰ ਅਪੀਲ 'ਚ ਅੱਗੇ ਜਾਵਾਂਗੇ ਵੱਡੇ ਕੋਰਟ ਦੇ ਵਿੱਚ। ਔਰ ਇਸ ਗੱਲ ਦੇ ਉੱਤੇ ਕੋਈ ਇੰਨੀ ਕੁ ਮੈਂ ਸਮਝਦਾ ਜਿਹੜੀ ਸੰਗਿਆਨ ਲਿਆ ਜੱਜ ਸਾਹਿਬ ਨੂੰ ਧਿਆਨ ਰੱਖਣਾ ਚਾਹੀਦਾ ਸੀ ਕਿ ਆਲਰੇਡੀ 3 ਕੇਸਾਂ ਦੇ ਵਿੱਚ ਇਹੋ ਜਿਹੇ ਮੁਜਰਿਮ ਨੂੰ ਉਮਰ ਕੈਦ ਹੋ ਚੁੱਕੀ ਹੈ ਔਰ ਸੱਜਣ ਕੁਮਾਰ ਜੇਲ੍ਹ ਤੋਂ ਬਾਹਰ ਨਹੀਂ ਆ ਰਿਹਾ ਹੈ। ਪਹਿਲੀ ਗੱਲ ਸਾਨੂੰ ਇਹ ਕਲੀਅਰ ਕਰਨੀ ਪਏਗੀ ਆਪਣੇ ਦਰਸ਼ਕਾਂ ਨਾਲ ਕਿ ਸੱਜਣ ਕੁਮਾਰ ਬਾਹਰ ਨਹੀਂ ਆ ਰਿਹਾ। ਸੱਜਣ ਕੁਮਾਰ ਦੇ ਇੱਕ ਕੇਸ ਦੇ ਵਿੱਚ ਉਹਨੂੰ ਰਾਹਤ ਜ਼ਰੂਰ ਮਿਲੀ ਹੈ, ਮਗਰ ਉਹਦਾ ਰੀਜ਼ਨ ਵੀ ਇਹੀ ਹੈ ਕਿ ਉਹਦੇ ਜਿਹੜਾ ਮੇਨ ਕੰਪਲੇਨੈਂਟ ਸੀ ਉਹਦੀ ਡੈਥ ਹੋ ਚੁੱਕੀ ਸੀ। ਔਰ ਇਹਦੇ ਲਈ ਅਸੀਂ ਵੀ ਪੂਰੇ ਯਤਨਸ਼ੀਲ ਹੋ ਕੇ ਜੋ ਵੱਧ ਤੋਂ ਵੱਧ ਹੋ ਸਕਦਾ ਇਸ ਕੇਸ ਨੂੰ ਅੱਗੇ ਹੋਰ ਲੈ ਕੇ ਜਾਵਾਂਗੇ। ਜੀ ਕਾਲਕਾ ਸਾਹਿਬ, ਲੱਗਦਾ ਹੈ ਕਿ ਕਿਉਂਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਇਸ ਪੂਰੇ ਮਸਲੇ ਦੇ ਵਿੱਚ ਇੱਕ ਗਠਿਤ ਕੀਤੀ ਗਈ ਸੀ ਕਿ ਕਿਤੇ ਨਾ ਕਿਤੇ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕਮੀ ਰਹਿ ਗਈ ਹੋਵੇਗੀ, ਕਿਉਂਕਿ ਤੁਸੀਂ ਵੀ ਜ਼ਿਕਰ ਕੀਤਾ ਕਿ ਕੋਈ ਨਾ ਕੋਈ ਲੂਪ ਹੋਲ ਰਹਿ ਹੀ ਜਾਂਦਾ ਹੈ, ਜਿਸ ਕਰਕੇ ਹੋ ਸਕਦਾ ਹੈ ਕਿ ਇਹ ਡਿਸੀਜਨ ਜਿਹੜਾ ਕੋਰਟ ਦਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਸਿੱਟ ਦੇ ਵੱਲੋਂ ਠੀਕ ਤਰੀਕੇ ਦੇ ਨਾਲ ਜਾਂ ਫਿਰ ਕੋਈ ਲੂਪ ਹੋਲ ਰਹਿ ਗਿਆ ਹੋਵੇ ਇਨਵੈਸਟੀਗੇਸ਼ਨ ਦੇ ਵਿੱਚ। ਮੈਂ ਇਹ ਨਹੀਂ ਕਹਿ ਸਕਦਾ ਕਿਉਂਕਿ ਉਸੇ ਸਿੱਟ ਦੀ ਰਿਪੋਰਟਾਂ ਦੇ ਆਧਾਰ ਦੇ ਉੱਤੇ ਉਹਨੂੰ 3 ਕੇਸਾਂ ਦੇ ਵਿੱਚ ਉਮਰ ਕੈਦ ਹੋ ਰੱਖੀ ਹੈ। ਸੋ ਇਸ ਵੇਲੇ ਕੇਸ ਦੇ ਵਿੱਚ ਮੈਂ ਜਿਹੜੀ ਗੱਲ ਦੱਸੀ, ਅਗਰ ਜਿਹੜਾ ਮੇਨ ਕੰਪਲੇਨੈਂਟ ਸੀ ਉਹਦੀ ਡੈਥ ਹੋ ਰੱਖੀ ਹੋ ਤੇ ਜੱਜ ਸਾਹਿਬ ਨੇ ਕਿਸ ਨਜ਼ਰੀਏ ਨਾਲ ਰਿਪੋਰਟ ਨੂੰ ਲਿਆ, ਇਹਦੇ ਵਿੱਚ ਸਿੱਟ ਦੀ ਕੋਈ ਕਮੀ ਨਹੀਂ ਅਸੀਂ ਕਹਿ ਸਕਦੇ। ਔਰ ਸਿੱਟ ਦੇ ਨਾਲ ਜਿਹੜੀਆਂ ਏਜੰਸੀਆਂ ਨੇ ਸਾਡੀ ਲਗਾਤਾਰ
ਗੱਲਬਾਤ ਵੀ ਹੋ ਰਹੀ ਹੈ ਔਰ ਉਹ ਅੱਗੇ ਹੀ ਅਪੀਲ 'ਚ ਜਾਣ ਵਾਸਤੇ ਤਿਆਰ ਨੇ। ਸੋ ਇਸ ਕਰਕੇ ਇਹਦੇ ਵਿੱਚ ਠੀਕ ਹੈ, ਇੱਕ ਵਾਰ ਲੱਗਦਾ ਜ਼ਰੂਰ ਹੈ, ਮਗਰ ਸੱਜਣ ਕੁਮਾਰ ਨੂੰ ਕੋਈ ਜੇਲ੍ਹ ਤੋਂ ਬਾਹਰ ਆਉਣ ਦੀ ਕੋਈ ਰਾਹਤ ਨਹੀਂ ਮਿਲ ਰਹੀ। ਜੀ ਠੀਕ ਹੈ, ਬਹੁਤ ਬਹੁਤ ਧੰਨਵਾਦ ਕਾਲਕਾ ਸਾਹਿਬ ਸਾਡੇ ਨਾਲ ਜੁੜਨ ਵਾਸਤੇ। DSGMC ਦੇ ਪ੍ਰਧਾਨ ਸਨ ਹਰਮੀਤ ਸਿੰਘ ਕਾਲਕਾ, ਜਿਨ੍ਹਾਂ ਨੇ ਕਿਹਾ ਹੈ ਕਿ ਇੱਕ ਵਾਰ ਅਸੀਂ ਜਿਹੜੀ ਅਪੀਲ ਹੈ ਜ਼ਰੂਰ ਕਰਾਂਗੇ, ਕਿਉਂਕਿ ਇਹ ਜਿਹੜਾ ਫੈਸਲਾ ਅਦਾਲਤ ਨੇ ਸੁਣਾਇਆ ਹੈ ਕਿਤੇ ਨਾ ਕਿਤੇ ਲੂਪ ਹੋਲਸ ਰਹੇ ਹੋਣਗੇ, ਜਿਸ ਕਰਕੇ ਜਿਹੜਾ फैसला है वो लिया गया है। तो दिल्ली से हमारे संवाददाता केशव मिश्रा फोन लाइन पे जुड़े हैं। केशव, क्या कुछ अहम जानकारी? सज्जन कुमार को साल 1984 में जो दंगे हुए थे, दो जो केस थे उसमें जनकपुरी और विकासपुरी के केसेस में दिल्ली की एवेन्यू राउस एवेन्यू अदालत है जो उन्होंने बरी कर दिया। क्या कुछ आपके पास है अहम जानकारी? देखिए, बिल्कुल राउस एवेन्यू कोर्ट ने आज कांग्रेस पार्टी के पूर्व सांसद सज्जन कुमार को बरी कर दिया है और ये खबर इसलिए भी बहुत महत्वपूर्ण है क्योंकि 1984 में जो जनकपुरी में जो दंगे हुए थे उस मामले में, सिख विरोधी दंगों में कहीं ना कहीं अब जो एक राहत का काम पूर्व सांसद को मिला है। बहरहाल उन्होंने कोर्ट में ये कहा कि वो निर्दोष है और उन्होंने इस तरीके का कोई भी काम नहीं किया है। बहरहाल कोर्ट ने उनको राहत दी है। कई साक्ष्य कोर्ट ने साझा किए, उनके बयानों को ध्यान में रखते हुए। उसके अलावा अलग अलग एजेंसी जो इसमें काम कर रही थी उनके पक्ष को ध्यान में रखते हुए ये फैसला जो है वो कोर्ट की तरफ से लिया गया है। बहरहाल इस फैसले का कितना असर रहेगा और ये फैसला सज्जन कुमार के लिए राहत भरा जरूर है, लेकिन इस पर तमाम लोग जो है वो विरोध करते हुए भी दिखाई दे रहे हैं। बिल्कुल केशव, क्योंकि जो सिट बकायदा इस मामले में गठित की गई थी, तो क्या अगर अदालत ने ये फैसला सुनाया, बरी कर दिया गया, सज्जन कुमार को एक बड़ी राहत मिली, हालांकि वो जेल में रहेंगे, बाहर नहीं आएंगे, तो क्या यहाँ पे ये कहा जा सकता है कि सिट की इन्वेस्टिगेशन में किसी तरह का कोई लूप होल या इन्वेस्टिगेशन उस हिसाब से नहीं हुई जिस तरीके से करनी चाहिए थी? क्योंकि जो गवाह थे उनकी भी, हरविंदर सिंह, उनकी भी मौत हो गई है जो जानकारी मिल रही है। तो जो सारे मामले को ध्यान में रखते हुए गवाह की मौत हो जाना, सिट की इन्वेस्टिगेशन में कोई लूप होल आ जाना, तो इसको देखते हुए ही अदालत की तरफ से ये फैसला जो सुनाया गया। देखिए, बिल्कुल कोर्ट साक्ष्यों के आधार पर चलता है और कोई भी प्रक्रिया प्रतिक्रिया और यह कोर्ट की तरफ से आदेश जो होते हैं वो साक्ष्यों के आधार पर होते हैं। और 1984 का ये जो पूरा मामला था, इस पूरे मामले में कोर्ट ने जो साक्ष्य देखे और जिन साक्ष्यों को जुटाने का काम भी कोर्ट ने समय समय पर किया है, लेकिन बहरहाल जब अब इस पर खबर निकलकर सामने आ रही है कि अभी जो तमाम इनमें बयान जुड़े हुए थे जिन लोगों के, जिनको अपने पक्ष रखने थे, वो लोग कोर्ट में सही तरीके से अपने साक्ष्य पेश करते हुए नजर नहीं आ पाए और जो समितियां गठित की गई थी उनमें लूपहॉल्स की भी खबरें निकलकर सामने आई हैं। बहरहाल सज्जन कुमार को राहत जरूर मिली है, लेकिन ये राहत कितने समय की है, इस पर कोर्ट की अगली प्रतिक्रिया क्या होगी। राउस एवेन्यू कोर्ट के बाद अलग अलग रास्ते अभी हैं, सुप्रीम कोर्ट है, हाई कोर्ट है, तो क्या ये इन फैसलों को अगली अदालतों में चुनौती मिलेगी या वहां से भी उनको राहत मिलेगी, इस पर सबकी निगाहें बनी है। ठीक है केशव, धन्यवाद तमाम जानकारी देने के लिए। ਤਾਂ HS ਫੂਲਕਾ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਫੂਲਕਾ ਸਾਹਿਬ, ਸਵਾਗਤ ਹੈ ਜੀ ਤੁਹਾਡਾ ਲਿਵਿੰਗ ਇੰਡੀਆ ਨਿਊਜ਼ ਤੇ। ਹਾਂਜੀ, ਅੱਛਾ ਦੇਖੋ, ਇਸ ਕੇਸ ਦੇ ਵਿੱਚ ਨਾ ਸੱਜਣ ਕੁਮਾਰ ਨੂੰ 3 ਉਮਰ ਕੈਦ ਦੀਆਂ ਸਜ਼ਾ ਪਹਿਲੇ ਹੋ ਚੁੱਕੀ ਆ। ਉਹ 7 ਸਾਲ ਤੋਂ ਜੇਲ੍ਹ ਆ 2018 ਤੋਂ, ਤੇ ਇਹ ਚੌਥਾ ਕੇਸ ਸੀਗਾ। ਜੀ ਜੀ, ਇਹ ਹੈਗਾ 307 ਦਾ ਕੇਸ, ਅਟੈਂਪਟ ਟੂ ਮਰਡਰ ਦਾ ਸੀ ਕੇਸ। ਜੀ ਜੀ, ਇਹ 2015 ਵਿੱਚ ਸ਼ੁਰੂ ਹੋਇਆ ਸੀ ਜਦੋਂ ਇਹ ਨਵੀਂ SIT ਬਣੀ ਆ, ਤੇ ਹਰਵਿੰਦਰ ਸਿੰਘ ਕੋਹਲੀ ਇਹਦੇ ਚ ਸੀਗਾ ਕੰਪਲੇਨੈਂਟ ਜੀ। ਉਹਨੇ ਵਿਚਾਰ ਨੇ ਬੜੀ ਹਿੰਮਤ ਕੀਤੀ, ਬੜਾ ਪਰਸਿਊ ਕੀਤਾ ਕੇਸ ਨੂੰ, ਪਰ ਅਨਫੋਰਚੂਨੇਟਲੀ ਕੋਰਟ ਵਿੱਚ ਗਵਾਹੀ ਹੋਣ ਤੋਂ ਪਹਿਲਾਂ ਉਹਦੀ ਡੈਥ ਹੋ ਗਈ। ਤੇ ਉਹਦੇ ਹੋਰ ਰਿਸ਼ਤੇਦਾਰ ਗਵਾਹ ਤਾਂ 5 ਗਵਾਹ ਪੇਸ਼ ਹੋਏ ਸੀ ਕੋਰਟ ਵਿੱਚ, ਪਰ ਉਹ ਜੱਜ ਨੇ ਉਹ ਨਾਲ ਕਨਵਿੰਸ ਨਹੀਂ ਹੋਇਆ ਤੇ ਜੱਜ ਨੇ ਉਹਨੂੰ ਅੱਜ ਇਸ ਕੇਸ ਦੇ ਵਿੱਚ ਛੱਡਿਆ। ਤੇ ਇਹਦੇ ਅਗੇਂਸਟ ਅਸੀਂ ਅਪੀਲ ਕੋਰਟ ਜ਼ਰੂਰ ਫਾਈਲ ਕਰਾਂਗੇ, ਪਰ ਨਾਲ ਦੇ ਨਾਲ ਸੱਜਣ ਕੁਮਾਰ ਜੇਲ੍ਹ ਵਿੱਚ ਹੀ ਆ, 7 ਸਾਲ ਤੋਂ ਜੇਲ੍ਹ ਆ, 3 ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਜੀ।
ਬਿਲਕੁਲ ਫੁਲਕਾ ਸਾਹਿਬ, ਕਿਉਂਕਿ ਸਿੱਟ ਇਹਦੇ ਵਿੱਚ ਇਨਵੈਸਟੀਗੇਟ ਕਰ ਰਹੀ ਸੀ, ਬਕਾਇਦਾ ਇੱਕ ਸਿੱਟ ਦਾ ਗਠਨ ਹੁੰਦਾ ਹੈ। ਕੀ ਲੱਗਦਾ ਕਿ ਅਦਾਲਤ ਦੇ ਵੱਲੋਂ ਕੀ ਕੁਝ ਚੀਜ਼ਾਂ ਜਿਹੜੀਆਂ ਦੇਖੀਆਂ ਹੋਣਗੀਆਂ ਕਿ ਜਿਹੜਾ ਇਹ ਫੈਸਲਾ ਦਿੱਤਾ ਗਿਆ ਬਰੀ ਕਰਨ ਦਾ, ਕਿ ਕਿਤੇ ਕੋਈ ਲੂਪ ਹੋਲਸ ਜਾਂ ਕੋਈ ਇਨਵੈਸਟੀਗੇਸ਼ਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਲੂਪ ਹੋਲ ਰਹਿ ਗਿਆ ਕਿ ਬਰੀ ਕਰ ਦਿੱਤਾ ਗਿਆ ਸੱਜਣ ਕੁਮਾਰ ਨੂੰ? ਉਹ ਤਾਂ ਡਿਟੇਲ ਜੱਜਮੈਂਟ ਹੁਣ ਦੇਖਾਂਗੇ, ਉਹਦੇ ਚ ਪਤਾ ਚੱਲੂ। ਪਰ ਜਿਹੜਾ ਮੇਨ ਗਵਾਹ ਸੀ ਹਰਵਿੰਦਰ ਸਿੰਘ ਕੋਹਲੀ, ਉਹਦੇ ਬਿਆਨ ਸੱਜਣ ਕੁਮਾਰ ਦਾ ਨਾਮ ਪਹਿਲਾਂ ਤੋਂ ਲਿਆ ਸੀ। ਜਿਹੜੇ ਦੂਜੇ ਉਹਦੇ ਰਿਸ਼ਤੇਦਾਰ ਸੀ ਸਾਰੇ, ਉਹਨਾਂ ਨੇ ਉਹਦਾ ਸੱਜਣ ਕੁਮਾਰ ਦੇ ਜਿਹੜੇ ਖਿਲਾਫ ਬਿਆਨ ਦਿੱਤੇ ਆ, ਸਾਰੇ ਬਿਆਨ ਹੀ ਹੁਣ ਦਿੱਤੇ ਆ 2020-21 ਚ ਆ ਕੇ। ਤੇ ਇਸ ਕਰਕੇ ਦਾ ਉਹ ਕੋਰਟ ਨੈਚੁਰਲੀ ਉਸ ਗੱਲ ਦੇ ਉੱਤੇ ਇਨਫਲੂਐਂਸ ਹੋਈ ਹੋਈ ਹੈ। ਤੇ ਪਹਿਲੀ ਵਾਰੀ ਇਹਨਾਂ ਨੇ ਬਿਆਨ ਜਿਹੜੇ ਦਿੱਤੇ ਆ ਹੁਣ ਦਿੱਤੇ ਆ। ਰਵਿੰਦਰ ਸਿੰਘ ਕੋਹਲੀ ਜਿਹਦਾ ਸ਼ੁਰੂ ਤੋਂ ਜਿਹੜਾ ਕਹਿੰਦਾ ਆ ਰਿਹਾ ਸੀ, ਉਹ ਅਨਫੋਰਚੂਨੇਟਲੀ ਉਹਦੀ ਕੋਰਟ ਵਿੱਚ ਗਵਾਹੀ ਹੋਣ ਤੋਂ ਪਹਿਲਾਂ ਉਹਦੀ ਡੈਥ ਹੋ ਗਈ ਤੇ ਉਸ ਚੀਜ਼ ਦਾ ਫਾਇਦਾ ਇਹਨੂੰ ਸੱਜਣ ਕੁਮਾਰ ਨੂੰ ਹੋਇਆ। ਠੀਕ ਹੈ, ਬਹੁਤ ਬਹੁਤ ਧੰਨਵਾਦ ਫੁਲਕਾ ਸਾਹਿਬ ਸਾਡੇ ਨਾਲ ਜੁੜਨ ਵਾਸਤੇ। ਸੀਨੀਅਰ ਐਡਵੋਕੇਟ ਸਾਡੇ ਨਾਲ ਜੁੜੇ ਸੀ ਜਿਨ੍ਹਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ, ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਇਸ ਦਾ ਰੁਖ ਜਿਹੜਾ ਹੈ ਹਾਇਰ ਅਦਾਲਤ ਯਾਨੀ ਕਿ ਸੁਪਰੀਮ ਕੋਰਟ ਦੇ ਵਿੱਚ ਜਾਂ ਫਿਰ ਰੁਖ ਕੀਤਾ ਜਾਂਦਾ ਹੈ ਨਹੀਂ ਕੀਤਾ ਜਾਂਦਾ, ਦੇਖਣਾ ਜ਼ਰੂਰ ਅਹਿਮ ਹੋਏਗਾ। ਲੇਕਿਨ ਇੱਕ ਇਹ ਜ਼ਰੂਰ ਤੁਹਾਨੂੰ ਦੱਸ ਦਈਏ ਕਿ ਸੱਜਣ ਕੁਮਾਰ ਫਿਲਹਾਲ ਜੇਲ੍ਹ ਦੇ ਵਿੱਚ ਹੀ ਰਹੇਗਾ, ਬਾਹਰ ਨਹੀਂ ਆਏਗਾ। ਬਰੀ ਸਿਰਫ 2 ਕੇਸਾਂ ਦੇ ਵਿੱਚੋਂ ਹੋਇਆ ਹੈ, ਵਿਕਾਸਪੁਰੀ ਤੇ ਜਨਕਪੁਰੀ ਦੇ, ਕਿਉਂਕਿ ਇਹਨਾਂ ਜੋ ਇਹ ਸਾਰੀ ਹਿੰਸਾ ਹੋਈ, ਜੋ ਕਤਲ ਹੁੰਦੇ ਨੇ, ਅੱਗ ਲਗਾ ਕੇ ਜਿੰਦਾ ਜਲਾ ਦਿੱਤਾ ਗਿਆ, ਇਸ ਦਾ ਇੱਕੋ ਹੀ ਮੁੱਖ ਗਵਾਹ ਸੀ ਹਰਵਿੰਦਰ ਸਿੰਘ। ਤਾਂ ਗਵਾਹੀ ਦੇਣ ਤੋਂ ਪਹਿਲਾਂ ਹੀ ਉਹਨਾਂ ਦੀ ਡੈਥ ਹੋ ਜਾਂਦੀ ਹੈ, ਉਹਨਾਂ ਦੀ ਮੌਤ ਹੋ ਜਾਂਦੀ, ਯਾਨੀ ਕਿ ਉਹ ਅਦਾਲਤ ਦੇ ਵਿੱਚ ਗਵਾਹੀ ਨਹੀਂ ਦੇ ਪਾਉਂਦੇ। ਤਾਂ ਇਸ ਕਰਕੇ ਉਸ ਦਾ ਫਾਇਦਾ, ਜਿਵੇਂ ਸੀਨੀਅਰ ਐਡਵੋਕੇਟ ਨੇ ਵੀ ਦੱਸਿਆ, ਕਿ ਸੱਜਣ ਕੁਮਾਰ ਨੂੰ ਹੋਇਆ ਔਰ ਅਦਾਲਤ ਨੇ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹਨਾਂ 2 ਕੇਸਾਂ ਦੇ ਵਿੱਚੋਂ ਸੱਜਣ ਕੁਮਾਰ ਨੂੰ ਬਰੀ ਕੀਤਾ ਹੈ। आज कोर्ट ने उन्हें बरी किया है, तो कोई भी इल्जाम साबित नहीं हुआ और एक्विटल हो गया है। हम विकास जानना चाहेंगे कि कहाँ का मामला था? ये था विकासपुरी और जनकपुरी पुलिस स्टेशन का था। 2 केसेस थे, 2 दिन में बने थे, एक 31 तारीख का, एक 1 तारीख का। तो उसके अंदर 302 तो हम पे लगा नहीं था, प्रेजेंस वैसे साबित नहीं हुई थी। तो हमारा केस था कि दे हैव टारगेटेड हिम। इससे पहले जितने भी गवाह ये लाए हैं, ये पहले गवाह हो चुके थे। इन सब गवाहों ने आज से 36 साल पहले कहीं टाइटल इसका सज्जन कुमार जी का नाम नहीं लिया, एक भी गवाह नहीं, और एक भी नया गवाह नहीं है। 32-36 साल के बाद आके इन्होंने नाम लिया। तो कोर्ट का फाइनल ऑर्डर तो अभी हमने देखा नहीं, तो मेरे हिसाब से क्योंकि वारंट ऑफ एविडेंस है, वही लोग हैं, वही फ्रेश एविडेंस है, नहीं है कोई फ्रेश एविडेंस और फ्रेश वर्शन है, फ्रेश स्टोरी है इनको टारगेट करने के लिए, वेयर दे हैव फेल्ड। तो वी आर थैंकफुल टू द जुडिशरी फॉर हैविंग एक्विटेड। सर, इसमें सज्जन कुमार अकेले आरोपी थे या उनके साथ कोई सह आरोपी? सज्जन कुमार अकेले आरोपी थे इसके अंदर। ये SIT ने किया था, 2016 के अंदर रजिस्ट्रेशन हुआ था, 5 केस रजिस्ट्रेशन हुए थे, जिनमें से ये एक केस था। तो 2016 से पहले हमारा कहीं भी इन्वॉल्वमेंट नहीं। The case in which Sajjan Kumar ji is acquitted, it pertains to Vikaspuri and Janakpuri police station. These are of 2 days. The first day occurrence was in Uttam Nagar, and the second day they have said it comes in the jurisdiction of the Vikaspuri police station, where they had no fresh evidence at all, but the same evidences, same witnesses had been produced before the court with the fresh version, with the new story to target Sajjan Kumar. So the presence of Sajjan Kumar could not be proved. So where they failed to get us targeted, we are thankful to the judiciary to have heard us and given justice to us also. We are thankful to our friends also, Ashmi ji, Sagwan Saab. लेकिन क्यों बरी किया है, किस लिए बरी किया है? आज 42 साल हो गए हमें केस लड़ते लड़ते। ये अंधी बेरी सरकार, हमें तो आस थी कि हमें इंसाफ मिलेगा, उम्र कैद की सजा दी थी इस गवर्नमेंट ने, तो आज क्यों इसको बरी किया, किस लिए किया? कोर्ट ने ये माना है कि उनका कोई हाथ नहीं था इस पूरे। क्यों नहीं हाथ था? ये तो पूरा दोषी है। 18 केस लगे हुए हैं इसके पर, कैसे दोषी नहीं था तो क्यों ये इतने दिनों से ये था बंद था, किस लिए बंद था? ये अंधी बेरी सरकार हमें इंसाफ क्यों नहीं दी? हमें तो चाहिए इंसाफ।
नहीं, हमारा परिवार मारा गया कि इंसाफ दिया, इसको वापस बंद करो। हमारे परिवार का मरकज के लिए सजा दी थी इसको। हाय हमारा परिवार मारा, हमारे 11 बंदे मारे गए। सज्जन कुमार ने कहा है कि वो ऐसा सोच भी नहीं सकते। तो ऐसा झूठ बोल रहा है, ये जो दोषी नहीं था तो क्यों इसको बंद करा गया? कितने सालों से क्यों बंद था? ये क्यों अंधी मेरी सरकार तक मैं इंसाफ नहीं। सज्जन कुमार का हाथ है, मैंने खुद केस लड़ा है, मैंने 84 का केस लड़ा है। सज्जन कुमार का हाथ है। ये सरकार भी झूठी है, सरकार भी सच्ची नहीं है। ये हम लोगों की कोई सुनाई नहीं कर रही है। हमारा क्या दोष था? अगर जिसने मारा है तो उनके पूरे परिवार को मार देते। हमें क्यों मारा? गरीबों को मारा, जो कि सुबह कमाने जाते थे और शाम को कमा के आके तब उनका चूल्हा जलता था। ये सरकार भी झूठी है, हमारा कोई न्याय नहीं हो रहा। हम न्याय लेकर छोड़ेंगे। कोर्ट ने बरी किया है तो कोर्ट ये इनका पैसा चलता है, ये पैसा बोलता है इनका। हमारा कुछ हमारे पास है ही कुछ नहीं जो कि हम चलाए। ये पैसा बोलता है इनका। हाँ जाएंगे, बिल्कुल जाएंगे, बिल्कुल जाएंगे। वहाँ जाके अपनी गुहार लगाएंगे कि इनको सजा होनी चाहिए, इनके पूरे परिवार को सजा होनी चाहिए, इनके पूरे परिवार को। नहीं, अगर सरकार नहीं करती तो मिट्टी के तेल की एक बोतल मेरे को दे दे, मैं मिट्टी का तेल डाल के इनको। दिल्ली दी राउस अदालत दे वल्लों ਇਹ ਵੱਡਾ ਫੈਸਲਾ ਸੁਣਾਇਆ ਗਿਆ। ਜਿਹੜੇ ਦੋ ਕੇਸ ਸੀ ਸਾਲ 1984 ਦੇ, ਜਨਕਪੁਰੀ ਵਾਲਾ ਔਰ ਵਿਕਾਸਪੁਰੀ ਵਾਲਾ। ਇਸ ਕੇਸ ਦੇ ਵਿੱਚ ਸੱਜਣ ਕੁਮਾਰ ਨੂੰ ਵੱਡੀ ਰਾਹਤ ਮਿਲੀ ਹੈ ਔਰ ਸਾਲ 2015 ਦੇ ਵਿੱਚ ਇਹਨਾਂ ਦੋਵਾਂ ਕੇਸਾਂ ਦੇ ਵਿੱਚ FIR ਜਿਹੜੀ ਸੀ ਉਹ ਦਰਜ ਕੀਤੀ ਗਈ ਸੀ। ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਗਠਿਤ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ। ਲੇਕਿਨ ਜੋ ਮੁੱਖ ਗਵਾਹ ਸੀ ਇਹਨਾਂ ਦੋਵਾਂ ਹੀ ਕੇਸਾਂ ਦਾ ਨਵੰਬਰ 1984 ਦੇ ਦੋਵੇਂ ਕੇਸ ਨੇ, ਜਿਹਦੇ ਵਿੱਚ ਅਵਤਾਰ ਸਿੰਘ ਗੁਰਬਚਨ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਔਰ ਸੱਜਣ ਕੁਮਾਰ ਦੇ ਉੱਪਰ ਇਹ ਐਲੀਗੇਸ਼ਨ ਹੈ ਕਿ ਉਸ ਸਮੇਂ ਹਿੰਸਾ ਜਿਹੜੀ ਸੀ ਉਹਨੂੰ ਭੜਕਾਇਆ, ਯਾਨੀ ਉਕਸਾਇਆ ਹੀ ਸੱਜਣ ਕੁਮਾਰ ਨੇ ਸੀ, ਜਿਸ ਤੋਂ ਬਾਅਦ ਇਹ ਸਾਰਾ ਘਟਨਾਕ੍ਰਮ ਵਾਪਰਦਾ ਹੈ। फरवरी 2015 ਦੇ ਵਿੱਚ ਬਕਾਇਦਾ ਇੱਕ ਸਿੱਟ ਗਠਿਤ ਕੀਤੀ ਜਾਂਦੀ ਹੈ, ਸਪੈਸ਼ਲ ਇਨਵੈਸਟੀਗੇਸ਼ਨ ਟੀਮ। ਜਨਕਪੁਰੀ ਤੇ ਵਿਕਾਸਪੁਰੀ ਦੇ ਵਿੱਚ ਜੋ ਕਤਲकांड ਹੋਏ ਸੀ, ਜੋ ਅੱਗ ਲਗਾ ਦਿੱਤੀ ਗਈ ਅਵਤਾਰ ਸਿੰਘ ਨੂੰ, उस मामले ਦੇ ਵਿੱਚ ਟੀਮ ਬਣਾਈ ਔਰ ਟੀਮ ਨੇ ਇਨਵੈਸਟੀਗੇਸ਼ਨ ਮਸਲਾ ਕੀਤਾ। ਲੇਕਿਨ ਹਰਵਿੰਦਰ ਸਿੰਘ ਜਿਹੜੇ ਕਿ ਇਹਨਾਂ ਦੋਵਾਂ ਕੇਸਾਂ ਦੇ ਮੁੱਖ ਗਵਾਹ ਸੀ, ਉਹਨਾਂ ਦਾ ਦੇਹਾਂਤ ਹੋ ਗਿਆ ਗਵਾਹੀ ਦੇਣ ਤੋਂ ਪਹਿਲਾਂ। ਤਾਂ ਸਿੱਟ ਦੇ ਇਨਵੈਸਟੀਗੇਸ਼ਨ ਦੇ ਵਿੱਚ ਕੀ ਕੋਈ ਕਿਸੇ ਤਰ੍ਹਾਂ ਦਾ ਕੋਈ ਲੂਪ ਹੋਲ ਰਹਿ ਗਿਆ ਸੀ ਜਾਂ ਫਿਰ ਹਰਵਿੰਦਰ ਸਿੰਘ ਦੇ ਇਸ ਦੁਨੀਆ ਦੇ ਉੱਤੋਂ ਚਲੇ ਜਾਣਾ, ਗਵਾਹੀ ਨਾ ਦੇ ਪਾਉਣਾ ਔਰ ਇਹ तमाम ਚੀਜ਼ਾਂ ਨੂੰ ਦੇਖ ਕੇ ਸੱਜਣ ਕੁਮਾਰ ਨੂੰ ਵੱਡੀ ਰਾਹਤ ਦਿੰਦਿਆਂ ਇਹਨਾਂ ਦੋਵਾਂ ਕੇਸਾਂ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ। लेकिन सज्जन कुमार जेलों बाहर नहीं आएगा, वो जेल दे विच ही रहेगा। होर भी केस ने, सजा याफ्ता है, फिलहाल जेल दे विच बंद है सज्जन कुमार। दिल्ली से हमारे संवाददाता केशव मिश्रा एक बार फिर से जुड़ चुके हैं। केशव, क्योंकि जो सीनियर एडवोकेट है SH फूलका, उनके साथ बात हुई, जो DSGMC के प्रधान हैं हरमीत सिंह कालका, उनके साथ भी जब बात की तो उन्होंने बोला कि वो अदालत का यानी कि सुप्रीम कोर्ट का क्या इस मामले में रुख वो कर सकते हैं? क्या कुछ आपके पास अहम जानकारी? देखिए, इसी बात का जिक्र मैं भी कर रहा था कि राउस एवेन्यू कोर्ट के फैसले को चुनौती सुप्रीम कोर्ट में दी जा सकती है और यही बड़ी बात है कि क्या जो सज्जन कुमार को राहत मिली है उसके बावजूद इस पूरे प्रकरण में इसको पूरी राहत समझा जाए। शायद ये थोड़ा जल्दबाजी होगा, क्योंकि जिस तरीके से इस पूरे प्रकरण में उनको राहत जरूर मिली है, जमानत की जिक्र किया है, लेकिन अभी सज्जन कुमार को जमानत नहीं मिलेगी और भी कुछ ऐसे मामले हैं जिनमें अभी भी उसके ऊपर कई ऐसी धाराएं हैं जिन पर संगीन आरोप है। बहरहाल मैं 1984 के दंगों का जिक्र कर रहा हूं, जिसमें जो तमाम दलीलें, जो तमाम गवाह पेश किए गए थे, उनके आधार पर अभी ये पुष्टि नहीं हो पाई कि आखिरकार सज्जन कुमार दोषी है। और यही बड़ी बात है कि कोर्ट ने जो साक्ष्य देखे और कई ऐसे गवाह हैं जिनकी मौत भी हो चुकी है, तो वो साक्ष्यों का अभाव, कोर्ट में एजेंसियों का की तरफ से रखे गए साक्ष्यों का जो प्रभाव, वो कम जरूर नजर आया और यही बड़ी बात है कि इस पूरे मामले में उनको राहत मिल रही है। बहरहाल जो पीड़ित लोग हैं और इस पूरे मामले में जो लोग रहे हैं, उन्होंने इस पर अपनी सख्त टिप्पणी करके इसका विरोध दर्ज किया है। राजनीतिक लोग यही कह रहे हैं इसको अभी राहत नहीं माना जाना चाहिए।
बहरहाल सज्जन कुमार को जमानत मिलेगी या बिल्कुल इस पूरे केशव, क्योंकि प्रकरण में सज्जन और भी कुमार कोई तस्वीर साफ फिलहाल होगी, इस उन पर पे और सबकी भी केस निगाहें हैं बनी। और उनको ऑलरेडी वो जेल में बंद है। तो जैसे आपने भी इस बात का जिक्र किया कि ये बात कहनी बड़ी जल्दबाजी होगी कि उनको राहत मिल चुकी है जहां वो फिर जमानत पे बाहर आ सकते हैं, लेकिन अभी दो केसेस जो कि साल 2015 में सिट बनती है और 1984 का ये दोनों केस है, जनकपुरी विकासपुरी, उसमें ही बरी हुए हैं। तो अभी वो जेल में ही रहेंगे क्योंकि और भी उनके ऊपर जो केस हैं और उनके ऊपर जो एलिगेशन थे वो भी मतलब अदालत में दोषी करार वो कई अन्य मामले में भी दिए जा चुके हैं। देखिए बिल्कुल अब इस पूरे प्रकरण में इंतजार उस बात का है कि जो तमाम याचिकाकर्ता हैं जिन्होंने सज्जन कुमार के खिलाफ दलीलें दी थी, क्या वो अब उच्च कोर्ट में जा सकते हैं, क्या वो इस पूरे दलील को सुप्रीम कोर्ट में लेकर जा सकते हैं और सुप्रीम कोर्ट का इस पर क्या रुख रहेगा। ये तमाम चीजें हैं, इन पर अभी कुछ भी करना बहुत जल्दबाजी है, लेकिन ये जरूर कहा जा सकता है कि इस पूरे मामले में राउज एवेन्यू कोर्ट ये निश्चित तौर पर कह रहा है कि जमानत मिलनी चाहिए। और भी ऐसे मामले हैं जिनमें सज्जन कुमार पर उम्र कैद तक की सजा है, तो क्या उस मामले में इनको जमानत मिलेगी या नहीं मिलेगी, इस पर सबकी निगाहें बनी है और ये तस्वीर बहुत जल्द साफ होगी कि आखिरकार कोर्ट का अगला रुख क्या है। ठीक है केशव, धन्यवाद तमाम जानकारी देने के लिए। तो एक बार मुड़ तो दस दिए कि सज्जन कुमार ਨੂੰ ਫਿਲਹਾਲ ਰਾਹਤ ਮਿਲੀ ਹੈ ਦੋ ਕੇਸਾਂ ਦੇ ਵਿੱਚ, ਲੇਕਿਨ ਉਹ ਬਾਹਰ ਨਹੀਂ ਆਉਣਗੇ, ਜੇਲ੍ਹ ਦੇ ਵਿੱਚ ਹੀ ਰਹਿਣਗੇ ਕਿਉਂਕਿ ਕਈ ਕੇਸਾਂ ਦੇ ਵਿੱਚ ਸੱਜਣ ਕੁਮਾਰ ਦੋਸ਼ੀ ਕਰਾਰ ਨੇ, ਉਮਰ ਕੈਦ ਉਹਨਾਂ ਨੂੰ ਹੈ, ਜੇਲ੍ਹ ਦੇ ਵਿੱਚ ਬੰਦ ਨੇ। ਲੇਕਿਨ ਜਨਕਪੁਰੀ ਔਰ ਵਿਕਾਸਪੁਰੀ ਦੇ ਵਿੱਚ ਹਿੰਸਾ ਜਿਹੜੀ ਉਸਕਾ ਭੜਕਾਈ ਸੀ, ਉਕਸਾਈ ਸੀ, ਉਸ ਦਾ ਇਲਜ਼ਾਮ ਜਿਹੜਾ ਸੀ ਉਹ ਸੱਜਣ ਕੁਮਾਰ ਦੇ ਉੱਪਰ ਲੱਗਾ ਸੀ। ਜਿਵੇਂ ਮੈਂ ਪਹਿਲਾਂ ਦੱਸ ਰਹੀ ਸੀ ਕਿ ਜਿਹੜੇ ਮੁੱਖ ਗਵਾਹ ਸੀਗੇ ਇਹਨਾਂ ਦੋਵਾਂ ਹੀ ਕੇਸਾਂ ਦੇ, ਵਿਕਾਸਪੁਰੀ ਤੇ ਜਨਕਪੁਰੀ, ਹਰਵਿੰਦਰ ਸਿੰਘ, ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਨੇ, ਤਾਂ ਉਹਨਾਂ ਦੀ ਫਿਲਹਾਲ ਮੌਤ ਹੋ ਚੁੱਕੀ ਹੈ। ਤਾਂ ਇਹ ਦੋ ਕੇਸ ਜਿਹੜੇ ਨੇ ਗਵਾਹ ਨਾ ਹੋਣ ਕਰਕੇ ਜਾਂ ਫਿਰ ਕਿਸੇ ਤਰ੍ਹਾਂ ਦਾ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਲੂਪ ਹੋਲ ਰਹਿ ਜਾਣ ਦੇ ਕਰਕੇ ਉਹਨਾਂ ਨੂੰ ਬਰੀ ਕੀਤਾ ਗਿਆ।